ਗੁਰਦਾਸਪੁਰ ਦੇ ਹਲਕਾ ਵਿਧਾਇਕ ਵੱਲੋਂ ਚੋਣਾਂ ਦੌਰਾਨ ਜੋ ਵਾਅਦੇ ਕੀਤੇ ਗਏ ਸੀ ਉਹ ਵਾਅਦੇ ਪੂਰੇ ਹੁੰਦੇ ਨਜ਼ਰ ਆ ਰਹੇ ਹਨ। ਅੱਜ ਗੁਰਦਾਸਪੁਰ ਦੇ ਹਲਕਾ ਵਿਧਾਇਕ ਵੱਲੋਂ ਅੰਡਰ ਬ੍ਰਿਜ ਦਾ ਨੀਂਹ ਪੱਥਰ ਰੱਖਿਆ ਗਿਆ, ਜੋ ਕਿ 22 ਕਰੋੜ ਰੁਪਏ ਦੀ ਲਾਗਤ ਨਾਲ 1 ਸਾਲ ਵਿੱਚ ਬਣ ਕੇ ਤਿਆਰ ਹੋ ਜਾਵੇਗਾ ਅਤੇ ਪਿੰਡ ਹਜਾਤ ਨਗਰ ਵਿੱਚ ਪਾਣੀ ਖਰਾਬ ਹੋਣ ਕਾਰਨ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ 170 ਵਾਟਰ ਪਿਊਰੀਫਾਇਰ ਵੰਡੇ ਗਏ। ਹਲਕਾ ਵਿਧਾਇਕ ਨੇ ਕਿਹਾ ਕਿ ਪੂਰੇ ਪਿੰਡ ਵਿੱਚ ਬਿਨਾਂ ਕਿਸੇ ਭੇਦਭਾਵ ਤੋਂ ਹਰ ਘਰ ਵਿੱਚ ਵਾਟਰ ਪਿਊਰੀਫਾਇਰ ਦਿੱਤੇ ਜਾਣਗੇ। ਦੇਖੋ ਗੁਰਦਾਸਪੁਰ ਤੋਂ ਹਰੀਸ਼ ਕੱਕੜ ਦੀ ਖਾਸ ਰਿਪੋਰਟ। ਭਾਜੀ ਕਿੰਨੀ ਕਰੋੜ ਦੀ ਲਾਗਤ ਨਾਲ ਅੱਜ ਜਿਹੜਾ ਨੀਂਹ ਪੱਥਰ ਰੱਖਿਆ ਗਿਆ ਆ? ਇਹ ਅੱਜ ਜਿਹੜਾ ਐਸਡੀ ਕਾਲਜ ਤੋਂ ਲੈ ਕੇ ਤੇ ਜਿਹੜੀ ਇਹ ਰੋਡ ਆ ਸਾਰੀ ਤੁਸੀਂ ਦੇਖ ਰਹੇ ਹੋ ਸੰਗਲਪੁਰਾ ਰੋਡ, ਇਹਦੀ ਵਾਈਡਨਿੰਗ ਦਾ ਕੰਮ ਜਿਹੜਾ ਅੱਜ ਸ਼ੁਰੂਆਤ ਜਿਹੜੀ ਕਰਤੀ ਹੈ। ਔਰ ਅੰਡਰਬ੍ਰਿਜ ਦਾ ਇਹ ਪਾਰਟ ਆ ਇੱਕ। ਔਰ ਅੰਡਰਬ੍ਰਿਜ ਦੇ ਜਿਹੜੇ ਦਰਖਤਾਂ ਦੀ ਕਟਾਈ ਹੋਣੀ ਸੀ ਉਹ ਮਨਜ਼ੂਰੀ ਲੈ ਕੇ ਫੀਸ ਜਮ੍ਹਾਂ ਕਰਾਉਣ ਤੋਂ ਬਾਅਦ ਦਰਖਤਾਂ ਦੀ ਕਟਾਈ ਹੋ ਚੁੱਕੀ ਹੈ। ਔਰ ਅੱਜ ਇੱਥੇ ਠੇਕੇਦਾਰ ਸਾਹਿਬ ਵੀ ਆਏ, ਜਿਨ੍ਹਾਂ ਨੂੰ ਬੁਲਾਇਆ ਜਰਾ ਠੇਕੇਦਾਰ ਸਾਹਿਬ ਨੂੰ। ਠੇਕੇਦਾਰ ਸਾਹਿਬ ਇੱਧਰ ਆਇਓ। ਠੇਕੇਦਾਰ ਸਾਹਿਬ ਵੀ ਅੱਜ ਇੱਥੇ ਆਏ, ਜਿਨ੍ਹਾਂ ਨੂੰ ਇਹ ਕੰਮ ਅਲਾਟ ਹੋਇਆ। ਐਕਸ਼ਨ ਸਾਹਿਬ ਵੀ ਆਏ ਨੇ। ਔਰ ਇਹ ਅੰਡਰਬ੍ਰਿਜ ਦਾ ਕੰਮ ਜਿਹੜਾ ਜਲਦੀ ਨੇਪਰੇ ਚਾੜਿਆ ਜਾਏਗਾ। ਅੱਜ ਉਹਦੀ ਸ਼ੁਰੂਆਤ ਕਰਤੀ ਗਈ ਆ। ਮੈਂ ਸਮਝਦਾ ਕਿ ਮੇਰੇ ਤੇ ਅੱਜ ਇੱਕ ਬਹੁਤ ਵੱਡਾ ਜਿਹੜਾ ਬੋਝ ਆ ਮਨ ਤੇ ਸੀਗਾ, ਕਿਉਂਕਿ ਮੈਂ ਹਰ ਸਟੇਜ ਤੋਂ ਇਹ ਗੱਲ ਕਹੀ ਸੀ ਕਿ ਬੱਸ ਸਟੈਂਡ ਤੇ ਅੰਡਰਬ੍ਰਿਜ ਨਾ ਬਣਿਆ ਤੇ ਮੈਂ ਇਲੈਕਸ਼ਨ ਨਹੀਂ ਲੜਾਂਗਾ। ਔਰ ਅੱਜ ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਅੱਜ ਇਹ ਕੰਮ ਨੇਪਰੇ ਚੜਿਆ। ਔਰ ਅੱਜ ਸਾਰੇ ਹੀ ਮੇਰੇ 29 ਦੇ 29 ਐਮਸੀ ਵੀ ਇੱਥੇ ਪਹੁੰਚੇ ਨੇ। ਬਲਾਕ ਪ੍ਰਧਾਨ ਦਰਸ਼ਨ ਮਹਾਜਨ ਜੀ, ਸੋਤਾ ਸਾਹਿਬ, ਸਾਰੇ ਹੀ ਇੱਥੇ ਆਏ ਔਰ ਬਹੁਤ ਖੁਸ਼ ਨੇ ਅੱਜ ਸਾਰੇ ਹੀ। ਮੈਂ ਵੀ ਬਹੁਤ ਖੁਸ਼ ਹਾਂ ਕਿ ਜਿਹੜੀ ਕਮਿਟਮੈਂਟ ਲੋਕਾਂ ਨਾਲ ਕੀਤੀ ਸੀ ਉਹ ਅੱਜ ਉਹ ਪੂਰੀ ਹੋ ਗਈ ਆ ਔਰ ਉਹਦਾ ਸ਼ੁਰੂਆਤ ਜਿਹੜੀ ਇੱਥੋਂ ਕਰਤੀ ਗਈ ਆ। ਸੋ ਇਸ ਕਰਕੇ ਇਹ ਇੱਕ ਲੋਕਾਂ ਦਾ ਭਰੋਸਾ ਜਿਹੜਾ ਪ੍ਰਮਾਤਮਾ ਨੇ ਮੇਰੇ ਤੇ ਨਹੀਂ ਟੁੱਟਣ ਦਿੱਤਾ। ਅੱਜ ਇਸ ਆਸ ਦੇ ਨਾਲ ਇਹਦੀ ਜਿਹੜੀ ਅੰਡਰਬ੍ਰਿਜ ਦੀ ਸ਼ੁਰੂਆਤ ਜਿਹੜੀ ਕਰਤੀ ਗਈ। ਸਰ ਹੋਰ ਕਿਹੜੇ ਵਿਕਾਸ ਕਾਰਜ ਜਿਹੜੇ ਨਾਲ ਚੱਲਦੇ ਪਏ ਆ? ਇਹਦੀ ਲਾਗਤ ਲਗਭਗ 22 ਕਰੋੜ ਰੁਪਈਆ ਅੰਡਰਬ੍ਰਿਜ ਦੀ, ਜਿਹੜੀ ਸਾਰੀ ਦੀ ਸਾਰੀ ਪੰਜਾਬ ਗਵਰਨਮੈਂਟ ਨੇ ਪੈਸੇ ਦਿੱਤੇ ਆ। ਔਰ ਪਿਛਲੇ ਸਮੇਂ ਦੌਰਾਨ ਜਦੋਂ ਐਮਪੀ ਦੀਆਂ ਇਲੈਕਸ਼ਨਾਂ ਸੀਗੀਆਂ ਤੇ ਇੱਥੇ ਕੋਈ ਬੀਜੇਪੀ ਦੇ ਲੀਡਰ ਰੇਲਵੇ ਓਵਰਬ੍ਰਿਜ ਦੀਆਂ ਜਿਹੜੀਆਂ ਪੁਰਾਣੀਆਂ ਚਿੱਠੀਆਂ ਲੈ ਕੇ ਤੇ ਉਹ ਆਣ ਕੇ ਪ੍ਰੈਸ ਕਾਨਫਰੰਸਾਂ ਕਰਕੇ ਗਏ ਸੀਗੇ ਕਿ ਇੱਥੇ ਰੇਲਵੇ ਓਵਰਬ੍ਰਿਜ ਬਣ ਰਿਹਾ ਜਲਦੀ। ਤੇ ਮੈਂ ਉਸ ਸਮੇਂ ਵੀ ਬੜਾ ਹੱਸਿਆ ਸੀਗਾ ਕਿ ਇਹ ਚਿੱਠੀ ਪੁਰਾਣੀ ਆ, ਨਵੀਂ ਡਿਵੈਲਪਮੈਂਟ ਦਾ ਤੇ ਇਹਨਾਂ ਨੂੰ ਪਤਾ ਹੀ ਨਹੀਂ ਮੈਂ ਕੀ ਕਰ ਦਿੱਤਾ। ਔਰ ਮੇਰੇ ਖਿਆਲ ਨਾਲ ਕੁਰਸੀ ਦੇ ਨਾਲ ਪਿਆਰ ਨਹੀਂ ਕਰਨਾ ਚਾਹੀਦਾ ਇੰਨਾ ਕਿ ਕੁਰਸੀ ਦੀ ਖਾਤਰ ਤੁਸੀਂ ਝੂਠ ਬੋਲ ਕੇ ਲੋਕਾਂ ਦੀ ਵੋਟਾਂ ਨੂੰ ਬਟੋਰੋ। ਜੋ ਤੁਸੀਂ ਕਿਹਾ ਲੋਕਾਂ ਦੀ ਕਚਹਿਰੀ ਦੇ ਵਿੱਚ ਉਹਦੇ ਤੇ ਖੜੋ ਔਰ ਉਹ ਕੰਮ ਕਰਕੇ ਦੱਸੋ। ਅੱਜ ਇਸ ਕਰਕੇ ਅੱਜ ਰੇਲਵੇ ਅੰਡਰਬ੍ਰਿਜ ਦੀ ਸ਼ੁਰੂਆਤ ਕਰਾਤੀ ਹੈ। ਇੱਕ ਮੈਡੀਕਲ ਕਾਲਜ ਦਾ ਮੁੱਦਾ ਵੀ ਬੜਾ ਅਹਿਮ ਜਿਹੜਾ ਉਹਦੇ ਦੇਖੋ ਦੋ ਗੱਲਾਂ ਨੇ, ਇੱਕ ਮੈਡੀਕਲ ਕਾਲਜ, ਇੱਕ ਸੈਨਿਕ ਸਕੂਲ। ਦੋਨਾਂ ਵਾਸਤੇ ਕੋਈ ਮੇਰਾ ਕਮਿਟਮੈਂਟ ਤੇ ਨਹੀਂ ਸੀ ਇਲਾਕੇ ਲਈ, ਪਰ ਮੈਂ ਕੋਸ਼ਿਸ਼ ਪੂਰੀ ਕੀਤੀ। ਜਿਹੜਾ ਸੈਨਿਕ ਸਕੂਲ ਆ ਉਹ ਪੰਜਾਬ 'ਚ ਇੱਕੋ ਮਿਲਣਾ ਸੀਗਾ, ਉਹ ਗੁਰਦਾਸਪੁਰ ਪਿੰਡ ਡੱਲਾ ਗੋਰੀਆ ਦੇ ਵਿੱਚ ਬਣੂਗਾ। 40 ਏਕੜ ਜ਼ਮੀਨ ਦਿੱਤੀ ਗਈ ਆ ਉਹਦੇ ਲਈ। ਔਰ ਉਹਦਾ ਡਿਲੇ ਹੋਣ ਦਾ ਕਾਰਨ ਇਹ ਹੈ ਕਿ ਸੈਂਟਰ ਗਵਰਨਮੈਂਟ ਨੇ ਇੱਕ ਸਾਡੇ ਪੰਜਾਬ ਗਵਰਨਮੈਂਟ ਨੂੰ ਚਿੱਠੀ ਕੱਢਤੀ ਕਿ ਜਿਹੜਾ ਸੈਨਿਕ ਸਕੂਲ ਕਪੂਰਥਲਾ ਉਹਦੇ ਜਿੰਨੇ ਵੀ ਲਾਇਬਿਲਟੀਜ਼ ਨੇ, ਉਹਦੇ ਦੀਆਂ ਤਨਖਾਹਾਂ ਨੇ, ਉਹ ਸਟੇਟ ਗਵਰਨਮੈਂਟ ਬੀਅਰ ਕਰੇਗੀ। ਔਰ ਉਹਦੇ ਕਾਰਨ ਇਹ ਡਿਲੇ ਹੁੰਦਾ ਗਿਆ। ਫਿਰ ਫਾਈਨੈਂਸ ਮਿਨਿਸਟਰ ਸਾਹਿਬ ਉਸ ਗੱਲ ਤੇ ਐਗਰੀਡ ਨਹੀਂ ਸੀ ਹੁੰਦੇ। ਫਿਰ ਲਗਾਤਾਰ ਮੈਂ ਐਫਰਟ ਕਰਦਾ ਰਿਹਾ। ਫਾਈਨੈਂਸ ਸੈਕਟਰੀ ਸਾਹਿਬ ਨਾਲ ਵੀ ਮੀਟਿੰਗ ਕੀਤੀ, ਸੁਰੇਸ਼ ਕੁਮਾਰ ਜੀ ਨਾਲ ਕੀਤੀ, ਫਿਰ ਤੇਜਵੀਰ ਜੀ ਨਾਲ ਕੀਤੀ। ਫਿਰ ਮੈਂ ਫਾਈਨੈਂਸ ਮਿਨਿਸਟਰ ਮਨਪ੍ਰੀਤ ਬਾਦਲ ਜੀ ਨੂੰ ਕਨਵਿੰਸ ਕੀਤਾ ਔਰ ਉਹ ਕਨਵਿੰਸਡ ਹੋ ਗਏ। ਉਹ ਸੈਂਟਰ ਦੇ ਨਾਲ ਜੋ ਵੀ ਗੱਲਬਾਤ ਸੀਗੀ ਤੈਅ ਹੋ ਗਈ ਹੈ। ਮੇਰੇ ਖਿਆਲ ਆਉਣ ਵਾਲੇ 10-15 ਦਿਨਾਂ ਦੇ ਅੰਦਰ ਅੰਦਰ ਜਿੱਦਣ ਵੀ ਦਿੱਲੀ ਦਾ ਡਾਇਰੈਕਟਰ ਵੈਲਫੇਅਰ, ਸੈਨਿਕ ਵੈਲਫੇਅਰ, ਉਹਨਾਂ ਨੇ MOU ਸਾਈਨ ਕਰਨ ਵਾਸਤੇ ਹੁਣ ਦਿੱਲੀ ਜਾਣਾ। ਜਿੱਦਣ ਉਹ ਦਿੱਲੀ ਚਲੇ ਗਏ ਫਿਰ ਉਸ ਤੋਂ ਬਾਅਦ ਟੈਂਡਰ ਫਲੋਟ ਹੋ ਜਾਣਾ ਤੇ ਸੈਨਿਕ ਸਕੂਲ ਜਿਹੜਾ ਜਲਦ ਗੁਰਦਾਸਪੁਰ ਦੇ ਵਿੱਚ ਬਣੇਗਾ। ਰਹੀ ਗੱਲ ਮੈਡੀਕਲ ਕਾਲਜ ਦੀ, ਮੈਡੀਕਲ ਕਾਲਜ ਵਾਸਤੇ ਜੋ ਐਫਰਟਸ ਕਰਨੇ ਸੀਗੇ ਉਹ ਮੈਂ ਕੀਤੇ ਆ। 100 ਬਿਸਤਰਿਆਂ ਦਾ ਹਸਪਤਾਲ ਸੀਗਾ ਸ਼ਹਿਰ ਦੇ ਵਿੱਚ, ਜਿਹੜਾ ਕਿ ਬਾਹਰ ਲੈ ਗਏ, ਉਹ ਵੀ 100 ਬਿਸਤਰਿਆਂ ਦਾ ਹੀ ਰਹਿਣ ਦਿੱਤਾ ਗਿਆ। ਸ਼ਹਿਰ ਵਾਸੀਆਂ ਨੂੰ ਬਹੁਤ ਮੁਸ਼ਕਲਾਂ ਆਈਆਂ ਇਸ ਗੱਲ ਦੇ ਨਾਲ ਵੀ
ਪਰ ਮੈਡੀਕਲ ਕਾਲਜ ਲਈ ਉਹ 200 ਬਿਸਤਰਿਆਂ ਦਾ ਹਸਪਤਾਲ ਚਾਹੀਦਾ ਸੀਗਾ। ਉਹਦੀ ਪਹਿਲਾਂ ਮੈਂ ਸੀਐਮ ਸਾਹਿਬ ਨਾਲ ਤੇ ਹੈਲਥ ਮਿਨਿਸਟਰ ਸਾਹਿਬ ਨਾਲ ਗੱਲ ਕਰਕੇ ਉਹਨੂੰ 200 ਬੈੱਡਡ ਕਰਾਇਆ। ਫਿਰ ਉਹਦੇ ਵਾਸਤੇ ਅਸੀਂ ਪ੍ਰਪੋਜ਼ਲ ਜਿਹੜੀ ਆ ਮੈਡੀਕਲ ਕਾਲਜ ਦੀ ਪਾਈ ਔਰ ਉਹਦੇ ਵਾਸਤੇ ਸਾਨੂੰ ਚਿੱਠੀ ਆ ਗਈ ਕਿ ਤੁਸੀਂ ਇਹਦੇ ਵਾਸਤੇ ਸਾਨੂੰ ਲੈਂਡ ਪ੍ਰੋਵਾਈਡ ਕੀਤੀ ਜਾਏ ਜਿੱਥੇ ਮੈਡੀਕਲ ਕਲਾਸਾਂ ਲੱਗਣੀਆਂ। ਮੈਂ 8 ਏਕੜ ਜ਼ਮੀਨ ਉਸੇ ਹੀ ਉਹਦੇ ਲਾਗੇ ਹੀ 10 ਕਿਲੋਮੀਟਰ ਦੇ ਘੇਰੇ 'ਚ ਮੰਗੀ ਸੀ, ਬਟ ਮੈਂ 1 ਕਿਲੋਮੀਟਰ ਦੇ ਘੇਰੇ 'ਚ ਹੀ 8 ਏਕੜ ਲੈਂਡ ਆਲਰੇਡੀ ਦੇ ਚੁੱਕਾ ਔਰ ਉਹ ਕੇਸ ਬਣਾ ਕੇ ਸੈਂਟਰ ਗਵਰਨਮੈਂਟ ਨੂੰ ਚਲਾ ਗਿਆ। ਹੁਣ ਜਿਹੜੀ ਬॉल ਆ ਉਹ ਸੈਂਟਰ ਗਵਰਨਮੈਂਟ ਦੇ ਕੋਰਟ 'ਚ ਆ। ਜਿਸ ਦਿਨ ਉੱਥੋਂ ਮਨਜ਼ੂਰੀ ਹੋ ਕੇ ਮਿਲ ਜੇਗੀ ਉਸ ਦਿਨ ਹੀ ਸਾਡਾ ਮੈਡੀਕਲ ਕਾਲਜ ਗੁਰਦਾਸਪੁਰ ਬਣੇਗਾ। ਪਰ ਇਹ ਗੱਲ ਮੈਂ ਦਾਅਵੇ ਨਾਲ ਕਹਿਣਾ ਕਿ ਬਰਿੰਦਰਮੀਤ ਸਿੰਘ ਪਾੜਾ ਐਮਐਲਏ ਰਵੇ ਨਾ ਰਵੇ, ਤੁਹਾਡਾ ਮੈਡੀਕਲ ਗੁਰਦਾਸਪੁਰ ਕਾਲਜ ਦਾ ਜਿਹੜਾ ਉਹ ਬਣੇਗਾ ਹੀ ਬਣੇਗਾ। ਉਹ ਹੁਣ ਰੁਕਦਾ ਨਹੀਂ। ਸਰ 170 ਅੱਜ ਵਾਟਰ ਪਿਉਰੀਫਾਈ ਵੰਡੇ ਗਏ ਆ, ਪਿੰਡ ਦੇ ਵਿੱਚ ਪਾਣੀ ਦੀ ਦਿੱਕਤ ਆ ਗਈ ਸੀ ਖਰਾਬ ਹੋਣ ਨਾਲ, ਕੀ ਕਹਿਣਾ? ਦੇਖੋ ਅੱਜ ਮੈਂ ਸਵੇਰ ਤੋਂ ਲਗਾਤਾਰ ਹਲਕੇ ਦੇ ਡਿਵੈਲਪਮੈਂਟ ਕੰਮਾਂ ਦੇ ਉਦਘਾਟਨ ਕਰ ਰਿਹਾ, ਜਿਸ ਦੇ ਤਹਿਤ ਪਿੰਡ ਹਯਾਤ ਨਗਰ ਤੇ ਪੀਰਾਂ ਬਾਗ ਦੇ ਵਿੱਚ ਗਿਆ ਸੀ। ਪੀਰਾਂ ਬਾਗ ਦੇ ਲੋਕ ਵੀ ਉੱਥੇ ਆਏ ਸੀ। ਲਗਭਗ 180 ਲੋਕਾਂ ਨੂੰ ਮੈਂ ਸਰਕਾਰ ਵੱਲੋਂ ਫ੍ਰੀ ਆਰਓ ਵੰਡ ਕੇ ਆਇਆ ਔਰ ਆਉਣ ਵਾਲੇ ਦਿਨਾਂ 'ਚ ਜੇ ਉੱਥੇ ਹਫ਼ਤਾ ਲੱਗੇ 10 ਦਿਨ ਲੱਗਣ 100% ਦੋਨਾਂ ਪਿੰਡਾਂ ਨੂੰ ਆਰਓ ਦਿੱਤੇ ਜਾਣਗੇ, ਚਾਹੇ 1000 ਆਰਓ ਲੱਗੇ ਜਾਂ 1500 ਆਰਓ ਲੱਗੇ। ਉਹਦੇ ਨਾਲ ਦੀ ਨਾਲ ਹੀ ਹਯਾਤ ਨਗਰ ਸਕੂਲ ਪ੍ਰਾਇਮਰੀ ਸਕੂਲ ਤੇ ਸੈਕੰਡਰੀ ਸਕੂਲ ਦੇ ਵਿੱਚ ਸਮਾਰਟ ਸਕੂਲ ਦੀ ਜਿਹੜੀਆਂ ਬਿਲਡਿੰਗਸ ਆ ਉਹ ਉਦਘਾਟਨ ਕਰਕੇ ਆਇਆ, ਉਹ ਨਵੀਆਂ ਬਣਾ ਕੇ ਦਿੱਤੀਆਂ ਨੇ। ਉਹਨਾਂ ਦਾ ਮੇਨ ਐਂਟਰੈਂਸ ਗੇਟ ਉਹ ਬਣਾ ਕੇ ਦਿੱਤਾ ਹੈ ਔਰ ਪੰਚਾਇਤ ਘਰ ਦਾ ਕੰਮ ਜਿਹੜਾ ਉਹਦਾ ਮੁਆਇਨਾ ਕੀਤਾ ਗਿਆ, ਉਹ ਲੈਂਟਰ ਲੈਵਲ ਤੇ ਪਹੁੰਚ ਗਿਆ। ਪੰਚਾਇਤ ਘਰ ਬਣ ਰਿਹਾ ਬਹੁਤ ਸੋਹਣਾ, ਜਿਹਦੇ ਵਿੱਚ ਸਰਪੰਚ ਦਾ ਕਮਰਾ ਜਾਂ ਉੱਥੇ ਕੋਈ ਵੀ ਜਾ ਸਕਦਾ, 2 ਬਾਥਰੂਮ ਨਾਲ ਹਾਲ, ਉਹ ਅੰਡਰ ਪ੍ਰੋਸੈਸ। ਤੇ ਬਾਕੀ ਸਾਰੇ ਸਵੇਰ ਦੇ ਕੰਮਾਂ ਨੂੰ ਜਾਇਜ਼ਾ ਲਿਆ ਗਿਆ, ਚਾਹੇ ਗੁਰੂ ਨਾਨਕ ਪਾਰਕ ਦੀ ਗੱਲ ਕਰੀਏ ਚਾਹੇ ਸਾਰਿਆਂ ਦੀ। ਸੋ ਇਸੇ ਤਰ੍ਹਾਂ ਹੀ ਬਾਕੀ ਦੇ ਕੰਮ ਚੱਲਦੇ ਰਹਿਣੇ। ਪਰ ਜਿਹੜੀ ਖੁਸ਼ੀ ਅੱਜ ਇਸ ਅੰਡਰ ਬ੍ਰਿਜ ਨੇ ਸਾਰੇ ਇਲਾਕੇ ਨੂੰ, ਸਾਰੇ ਸ਼ਹਿਰ ਨੂੰ ਦਿੱਤੀ ਆ, ਮੈਂ ਪ੍ਰਮਾਤਮਾ ਦਾ ਸ਼ੁਕਰ ਕਰਨ ਤੋਂ ਪਹਿਲਾਂ ਮੈਂ ਸਾਰੇ ਹੀ ਹਲਕਾ ਨਿਵਾਸੀਆਂ ਦਾ ਤਹਿ ਦਿਲੋਂ ਸਾਰੀ ਸੰਗਤ ਦਾ ਸ਼ੁਕਰਾਨਾ ਕਰਦਾ ਕਿ ਜਿੰਨੀਆਂ ਅਰਦਾਸਾਂ ਇਸ ਇਲਾਕੇ ਦੀ ਸੰਗਤ ਨੇ ਕੀਤੀਆਂ, ਇਹਦੇ ਵਿੱਚ ਬੜੇ ਰੂੜੇ ਪਾਏ ਗਏ। ਚਾਹੇ ਕੋਈ ਮੇਰੀ ਪਾਰਟੀ ਦਾ ਲੀਡਰ ਸੀ, ਵਿਰੋਧੀਆਂ ਤੇ ਪਾਉਣਾ ਹੀ ਹੁੰਦਾ। ਮੇਰੀ ਪਾਰਟੀ ਦੇ ਕੁਝ ਇੱਕ ਅੱਧੇ ਲੀਡਰ ਨੇ ਬੜਿਆਂ ਨੂੰ ਕਿਹਾ ਸੀਗਾ ਕਿ ਇਹ ਲਿਫਾਫਾ ਆ, ਇਹ ਅੰਡਰ ਬ੍ਰਿਜ ਨਹੀਂ ਬਣਦਾ। ਕੁਝ ਮੇਰੇ ਬੀਜੇਪੀ ਦੇ ਭਰਾ ਨੇ ਜਿਨ੍ਹਾਂ ਨੇ ਮੈਨੂੰ ਕਿਹਾ ਸੀਗਾ ਐਮਐਲਏ ਸਾਹਿਬ ਬੱਸ ਸਟੈਂਡ ਤੇ ਤੁਸੀਂ ਬਣਾ ਜਾਣਾ, ਪਰ ਅੰਡਰ ਬ੍ਰਿਜ ਇੱਕ ਲਿਫਾਫਾ। ਮੇਰੀ ਉਹਨਾਂ ਨਾਲ ਕੋਈ ਕਮਿਟਮੈਂਟ ਹੋਈ ਹੈ ਜਿਹੜੀ ਮੈਂ ਇਹਦੇ ਤੇ ਨਹੀਂ ਦੱਸ ਸਕਦਾ, ਪਰ ਹੁਣ ਉਹਨਾਂ ਨੂੰ ਮੇਰੀ ਕਮਿਟਮੈਂਟ ਤੇ ਖਲੋਣਾ ਪਊਗਾ। ਜਿੱਦਣ ਕਿਤੇ ਮਸ਼ੀਨ ਦੇ ਲਾਗੇ ਗਏ ਉਹ ਕਰੰਟ ਉੱਥੇ ਵੱਜਣਾ ਪੈਣਾ, ਕਿਉਂਕਿ ਅਸੀਂ ਕਮਿਟਡ ਸੀ ਕਿ ਜੇ ਮੈਂ ਨਾ ਕਰ ਪਾਇਆ ਤੇ ਮੇਰੀ ਵੋਟ ਤੁਹਾਨੂੰ ਪਏਗੀ ਤੇ ਜੇ ਮੈਂ ਕਰਤਾ ਤੇ ਤੁਹਾਡੀ ਵੋਟ ਮੈਨੂੰ ਪਾਊਗੀ। ਸੋ ਇਸ ਕਰਕੇ ਟਾਈਮ 'ਚ ਬਣ ਕੇ ਤਿਆਰ ਹੋ ਗਈ। ਦੇਖੋ ਅੱਜ ਸ਼ੁਰੂਆਤ ਹੋ ਗਈ, ਹਰ ਚੀਜ਼ ਨੂੰ ਸਮਾਂ ਲੱਗਦਾ। ਇਹ ਅੰਡਰ ਬ੍ਰਿਜ ਕੋਈ ਮਾੜਾ ਮੋਟਾ ਨਹੀਂ ਕਿ ਮਾੜੀ ਮੋਟੀ ਗੱਡੀ ਕੱਢਣ ਲਈ ਬਣਾਉਣਾ। ਇਹਦੇ ਨਾਲ ਦਾ ਅੰਡਰ ਬ੍ਰਿਜ ਕਿਤੇ ਵੀ ਨਹੀਂ ਵੇਖਿਆ ਹੋਊਗਾ ਜਿਹੜਾ ਅੰਡਰ ਬ੍ਰਿਜ ਇੱਥੇ ਬਣੂਗਾ, ਕਿਉਂਕਿ ਇਹਦਾ ਟਾਈਮ ਪੀਰੀਅਡ ਤੇ 1 ਸਾਲ ਦਾ ਰੱਖਿਆ ਗਿਆ। ਪਰ ਮੈਂ ਇੱਥੇ ਠੇਕੇਦਾਰ ਸਾਹਿਬ ਵੀ ਆਏ ਆ, ਮੈਂ ਕੋਸ਼ਿਸ਼ ਕਰੂੰਗਾ ਕਿ ਇਹਨੂੰ ਆਪ ਡੇ ਟੂ ਡੇ ਮੋਨੀਟਰਿੰਗ ਕਰਕੇ ਇਹਨੂੰ ਜਲਦ ਤੋਂ ਜਲਦ ਕੰਪਲੀਟ ਕਰਾਂ।